ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਕਿਉਂ? ਕਿਉਂਕਿ ਉਹ ਤੇ ਹਰ ਥਾਂ ਤੇ ਵਿਦਮਾਨ ਹੈ। ਸੱਚੇ ਪਾਤਸ਼ਾਹ ਦੇ ਬਾਣੀ ਵਿੱਚ ਬਚਨ ਨੇ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਮੁੱਖ ਦੀ ਗੱਲ ਕਰ ਦਿੱਤੀ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਇਸ ਵਾਸਤੇ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਤੂੰ ਭਰਪੂਰ ਜਾਣਿਆ ਮੈਂ ਦੂਰ। ਇਸ ਵਾਸਤੇ ਬਾਣੀਕਾਰਾਂ ਨੂੰ ਕਹਿਣਾ ਪਿਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਮਹਾਰਾਜ ਦਿਸਦਾ ਕਿਉਂ ਨਹੀਂ? ਤੇ ਹਜ਼ੂਰ ਕਹਿੰਦੇ ਨੇ, ਕਦੀ ਫੁੱਲ ਵਿੱਚ ਖੁਸ਼ਬੂ ਦਿਸੀ ਹੈ? ਨਹੀਂ ਦਿਸੀ, ਪਰ ਫਿਰ ਵੀ ਤੂੰ ਮੰਨਣਾ ਵੀ ਫੁੱਲ ਵਿੱਚ ਖੁਸ਼ਬੂ ਹੈ। ਤੇਰਾ ਨੱਕ ਮਹਿਸੂਸ ਕਰਦਾ, ਰੱਬ ਨੂੰ ਮਹਿਸੂਸ ਕਰ। ਮਹਿਸੂਸ ਪੋਹਪ ਮਦ ਜਿਉ ਬਾਸ ਬਸਤ ਹੈ, ਔਰ ਮੁਕਰ ਮੈਂ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਇਸ ਲਈ ਘਟ ਹੀ ਖੋਜੋ ਭਾਈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਘਰ ਅੰਮ੍ਰਿਤ ਘਟ ਮਾਹੀ ਜੀਓ। ਘਰ ਅੰਮ੍ਰਿਤ ਘਟ ਮਾਹੀ ਜੀਓ, ਘਰ ਅੰਮ੍ਰਿਤ ਘਟ ਮਾਹੀ ਜੀਓ। ਆਖੋ ਘਰ ਅੰਮ੍ਰਿਤ ਘਟ ਮਾਹੀ ਜੀਓ। 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 ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਨਵੇਂ ਪਾਤਸ਼ਾਹ ਦਾ ਸ਼ਬਦ, ਕਹੋ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕੱਛ ਕਰੀ। ਕੱਕੇ ਨੂੰ ਹੁਸ਼ਿਆਰੀ ਨਹੀਂ, ਕੱਕਾ ਮੁਕਤਾ ਹੈ, ਛੱਛੇ ਪੈਰ ਚੌਂਕੜੇ। ਜੋ ਕੱਛ ਕਰੀ ਸੋ ਤੇਰੇ ਹਦੂਰ। ਹੇ ਵਾਹਿਗੁਰੂ, ਮੈਂ ਜੋ ਕੁਝ ਕਰਨਾ ਤੇਰੀ ਹਜ਼ੂਰੀ ਚ ਕਰਨੇ ਆ। ਤੂੰ ਮੇਰੇ ਹਰ ਗਤੀਵਿਧੀ ਨੂੰ ਦੇਖ ਰਿਹਾ ਹੈ, ਮੇਰੇ ਹਰ ਬੋਲ ਨੂੰ ਤੂੰ ਬੜੇ ਗੌਰ ਨਾਲ ਸੁਣ ਵੀ ਰਿਹਾ। ਮੈਂ ਜੋ ਕੁਝ ਕਰ ਰਿਹਾ ਵਾਂ, ਤੈਨੂੰ ਉਹਦੇ ਬਾਰੇ ਕੋਈ ਓਲਾ ਨਹੀਂ। ਮੇਰੇ ਹਰ ਕਰਮ ਨੂੰ ਤੂੰ। ਇਸੇ ਵਾਸਤੇ ਬਾਣੀਕਾਰ ਕਹਿੰਦੇ ਨੇ ਵੀ ਜਿਹੜੇ ਵਾਹਿਗੁਰੂ ਨੂੰ ਅੰਗ ਸੰਗ ਸਮਝਦੇ, ਉਹਨਾਂ ਤੋਂ ਬੁਰਾ ਨਹੀਂ ਹੁੰਦਾ। ਅਸੀਂ ਜਦੋਂ ਵੀ ਅਪਰਾਧ ਕਰਨੇ ਆ ਨਾ, ਜਾਂ ਪਾਪ ਕਰਨੇ ਆ, ਅਪਰਾਧ ਉਹ ਕੰਮ ਜਿਨ੍ਹਾਂ ਨੂੰ, ਜਿਸ ਰਾਸ਼ਟਰ ਵਿੱਚ ਅਸੀਂ ਰਹਿੰਦੇ ਆ, ਉਹ ਕੰਮ ਕਰਨ ਤੋਂ ਵਿਵਰਜਿਤ ਕੀਤਾ ਗਿਆ। ਹਿੰਸਾ ਨਹੀਂ ਕਰਨੀ, ਚੋਰੀ ਨਹੀਂ ਕਰਨੀ, ਇਹ ਕਾਨੂੰਨ ਨਹੀਂ ਤੋੜਨਾ, ਅਪਰਾਧ। ਔਰ ਉਹ ਕੰਮ ਜਿਹੜੇ ਵੱਖ-ਵੱਖ ਧਰਮਾਂ ਦੇ ਦ੍ਰਿਸ਼ਟੀਕੋਣ ਵਿੱਚ ਵਿਹਿਤ ਨਹੀਂ, ਵਿਵਰਜਿਤ ਕੀਤੇ ਨੇ, ਉਹ ਉੱਥੇ ਪਾਪ ਸ਼ਬਦ ਵਰਤਿਆ ਜਾਂਦਾ ਹੈ। ਧਾਰਮਿਕ ਦ੍ਰਿਸ਼ਟੀਕੋਣ 'ਚ ਪਾਪ, ਕਾਨੂੰਨੀ ਨਿਕਤੇ ਨਿਗਾਹ ਤੋਂ ਅਪਰਾਧ। ਅਸੀਂ ਭਾਵੇਂ ਅਪਰਾਧ ਕਰੀਏ ਜਾਂ ਪਾਪ ਕਰੀਏ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਾਂ ਤੇ ਇਕਾਂਤ ਵਿੱਚ ਕਰੀਏ ਜਾਂ ਹਨੇਰੇ ਵਿੱਚ ਕਰੀਏ, ਤਾਂ ਕਿ ਸਾਨੂੰ ਕੋਈ ਦੇਖੇ ਨਾ। ਸਮਾਜ ਦਾ ਵੀ ਡਰ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਪ੍ਰਮਾਤਮਾ ਨੂੰ ਅੰਗ ਸੰਗ ਸਮਝਦਾ ਹੈ, ਬਈ ਉਹ ਮੈਨੂੰ ਚਾਨਣ ਵਿੱਚ ਵੀ ਦੇਖ ਰਿਹਾ, ਉਹ ਮੈਨੂੰ ਹਨੇਰੇ 'ਚ ਵੀ, ਉਹ ਮੈਨੂੰ ਭੀੜ 'ਚ ਵੀ ਦੇਖ ਰਿਹਾ, ਉਹ ਮੈਨੂੰ ਇਕਾਂਤ ਵਿੱਚ ਵੀ ਦੇਖ ਰਿਹਾ, ਉਹਦੇ ਕੋਲੋਂ ਬੁਰਾ ਕੰਮ ਨਹੀਂ ਹੁੰਦਾ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜਾ ਵਾਹਿਗੁਰੂ ਨੂੰ ਨੇੜੇ ਸਮਝਦਾ, ਉਹ ਤੋਂ ਬੁਰਾ ਨਹੀਂ ਹੁੰਦਾ। ਬਿਖ ਸੰਚੈ ਨਿਤ ਡਰਤਾ ਫਿਰੈ, ਹੈ ਨਿਕਟੈ ਅਰ ਭੇਦ ਨਾ ਪਾਇਆ, ਬਿਨ ਬੂਝੇ ਸਭ ਮੋਈ ਮਾਇਆ। ਨੇੜੇ ਨੇੜੇ ਸਭ ਕੋਈ ਕਹੇ, ਪਰ ਗੁਰਮੁਖ ਭੇਦ ਕੋ ਵਿਰਲਾ ਲਹਿ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਮੈਂ ਜੋ ਕੁਝ ਵੀ ਕਰਨਾ ਤੇਰੀ ਹਜ਼ੂਰੀ 'ਚ ਕਰ ਰਿਹਾ। ਤੂੰ ਮੇਰੇ ਸਾਰੇ ਕਰਮਾਂ ਨੂੰ ਦੇਖ ਰਿਹਾ ਹੈ। ਤੂੰ ਦੇਖੈ
ਹਉ ਮੁਕਰ ਪਾਉ, ਤੇਰੇ ਕੰਮ ਨਾ ਤੇਰੇ हे ਨਾਲ। ਵਾਹਿਗੁਰੂ ਤੂੰ ਮੇਰੇ ਕੀਤੇ ਕਰਮਾਂ ਨੂੰ ਦੇਖ ਰਿਹਾ ਹੈ, ਪਰ ਮੈਂ ਫਿਰ ਵੀ ਉਹ ਕੰਮ ਕਰਕੇ ਤੇ ਮੁੱਕਰ ਜਾਣਾ। ਤੂੰ ਦੇਖੈ ਹਉ ਮੁੱਕਰ ਪਾਉ, ਮੈਂ ਮੁੱਕਰ ਜਾਣਾ ਵੀ ਮੈਂ ਇਹ ਕੰਮ ਨਹੀਂ ਕੀਤਾ, ਪਰ ਤੂੰ ਮੇਰੇ ਸਾਰੇ ਚੰਗੇ ਮੰਦੇ ਕੰਮ ਬੜੀ ਅੱਛੀ ਤਰ੍ਹਾਂ ਬੜੇ ਗੌਰ ਨਾਲ ਦੇਖ ਰਿਹਾ। ਔਰ ਜਿਹੜੇ ਕੰਮ ਲਈ ਤੂੰ ਮੈਨੂੰ ਭੇਜਿਆ ਮੈਂ ਉਹ ਕੰਮ ਨਹੀਂ ਕਰਦਾ। ਤੇਰੇ ਕੰਮ, ਆਪਣੇ ਕੰਮ ਤੇ ਅਸੀਂ ਸਾਰੇ ਕਰਨੇ ਆ, ਖਿਮਾ ਕਰਨਾ, ਖਾਣਾ ਪੀਣਾ, ਹੱਸਣਾ ਸੌਣਾ। ਹਜ਼ੂਰ ਕਹਿੰਦੇ ਨੇ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਸਾਰੇ ਕੰਮ ਮਨੁੱਖ ਕਰਦਾ ਹੈ। ਆਹਰ ਸਭ ਕਰਦਾ ਫਿਰੇ, ਤੇਰਾ ਕੰਮ ਨਾ ਤੇਰਾ ਨਾ, ਇਹਨੂੰ ਮੈਂ ਐਕਸਪਲੇਨ ਕਰ ਰਿਹਾ। ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਨਾਮ ਜਪਣ ਵਾਲਾ ਆਹਰ। ਇੱਥੇ ਆਹਰ ਦੇ ਰਾਰੇ ਨੂੰ ਕੜੇ, ਜਿਹੜਾ ਆਹਰ ਸਭ ਕਰਦਾ ਫਿਰੇ ਉਹ ਰਾਰੇ ਦਾ, ਆਹਰ ਦਾ ਰਾਰਾ ਮੁਕਤਾ ਹੈ। ਮਨੁੱਖ ਸਾਰੇ ਕੰਮ ਕਰਦਾ ਫਿਰਦਾ, ਕਰਨ ਵਾਲਾ ਨਾਮ ਰੂਪੀ ਕੰਮ ਜਿਹੜਾ ਉਹ ਨਹੀਂ ਕਰਦਾ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਈ। ਜਿਸ ਆਰ ਦੇ ਦੁਆਰਾ ਸੰਸਾਰ ਦਾ ਪਾਰ ਉਤਾਰਾ ਹੋ ਸਕਦਾ ਹੈ, ਉਹ ਕੋਈ ਵਿਰਲਾ ਗੱਲ ਸਮਝਦਾ ਹੈ। ਤੇਰਾ ਕੰਮ ਨਾ ਤੇਰਾ ਨਾ ਹੈ, ਨਾ ਮੈਂ ਤੇਰੇ ਦੱਸੇ ਹੋਏ ਕੰਮ ਕਰ ਰਿਹਾ, ਔਰ ਨਾ ਹੀ ਮੈਂ ਤੇਰਾ ਨਾਮ ਜਪਣਾ, ਨਾ ਹੀ ਮੈਂ ਸਿਮਰਨ ਕਰਦਾ ਹਾਂ। ਜੇਤਾ ਦੇਹ ਤੇਤਾ ਹਉ ਖਾਓ, ਵਿਆਹ ਦਰ ਨਾਹੀ ਕੈ ਦਰ ਜਾਓ। हे ਵਾਹਿਗੁਰੂ ਜੋ ਕੁਝ ਤੂੰ ਮੈਨੂੰ ਦੇਣਾ ਹੈ, ਜੋ ਕੁਝ ਤੂੰ ਬਖਸ਼ਿਸ਼ ਕਰਨਾ ਹੈ, ਉਹ ਮੈਂ ਖਾ ਲੈਣਾ। ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ। ਜੇਤਾ ਦੇ ਤੇਤਾ ਹਉ ਖਾਓ। ਵਿਆਹ ਬੱਬੇ ਨੂੰ ਹੁਸ਼ਿਆਰੀ ਐੜਾ ਕਰਨਾ, ਵਿਆਹ ਦੇ ਅਰਥ ਹੁੰਦੇ ਦੂਜਾ। ਹੁਣ ਹੋਰ ਤੇ ਮੇਰੇ ਕੋਲ ਦਾਰੀ ਕੋ ਨਹੀਂ ਵੀ ਜਿੱਥੇ ਜਾ ਕੇ ਮੈਂ ਝੋਲੀ ਅੱਡਾਂ ਕੁਝ ਮੰਗਾ, ਕਿੱਥੋਂ ਮੰਗਾ? ਵਿਆਹ ਦਰ ਨਹੀਂ, ਇਸ ਲਈ ਕੈ ਦਰ, ਮੈਂ ਕਿੱਥੇ ਜਾਵਾਂ? ਪਰ ਖਿਮਾ ਕਰਨਾ, ਜੇ ਅਸੀਂ ਆਪਣੀ ਅਵਸਥਾ ਦੇਖੀਏ ਤੇ ਸਾਡੇ ਵਾਸਤੇ ਤੇ ਬੜੇ ਦਰ ਨੇ। ਗੁਰਮੁਖ ਪਿਆਰੇ ਮੈਨੂੰ ਉਪਦੇਸ਼ ਕਰ ਰਹੇ ਸਨ, ਗਿਆਨੀ ਜੀ ਕਦੀ ਅਜਮੇਰ ਗਏ ਹੋ? ਮੈਂ ਕਿਹਾ ਜੀ ਨਹੀਂ। ਇੱਕ ਵਾਰ ਕਿਤੇ ਮੰਨਤ ਮੰਨ ਕੇ, ਗੁਰਸਿੱਖ ਕੇਸ ਰੱਖੇ ਹੈ, ਗਾਤਰਾ ਗਲ ਚ ਪਾਇਆ ਆ। ਇੱਕ ਵਾਰੀ ਕਿਤੇ ਚਾਦਰ ਚੜਾ ਕੇ ਵੇਖੋ, ਹਰ ਮੰਨਤ ਪੂਰੀ ਹੁੰਦੀ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਇਹ ਸਾਡਾ ਹਾਲ ਹੈ, ਇਹ ਸਚਾਈ ਹੈ। ਔਰ ਉਹਦੀ ਬਾਡੀ ਲੈਂਗੁਏਜ ਕਹਿ ਰਹੀ ਸੀ ਵੀ ਬੜਾ ਵੱਡਾ ਪਰਉਪਕਾਰ ਕਰ ਰਿਹਾ। ਪਰ ਜਿਹਦੇ ਸਿੱਖ ਆ ਉਹ ਕਹਿੰਦੇ ਨੇ ਵਿਆਹ ਦਰ ਨਹੀਂ ਕੈ ਦਰ ਜਾਓ। ਜਿਹਦੀ ਬਾਣੀ ਜਿਨ੍ਹਾਂ ਦੀ ਪੜ੍ਹਨੇ ਉਹ ਪਤਾ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਰੇ ਜੀ ਨਲੱਜ ਲਾਜ ਤੋਹੇ ਨਾਹੇ, ਹਰ ਤਜ ਕਤ ਕਾਹੂ ਕੇ ਜਾਹੇ। ਉਹ ਭਲਿਆ ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਹੀ। ਆਪਣਾ ਬਾਪੂ ਹੋਵੇ ਕਰੋੜਪਤੀ, ਗੱਲ ਨੂੰ ਸਮਝਣ ਲਈ ਅਰਜ਼ ਕਰਾਂ, ਅਰਬਪਤੀ, ਦੁਨੀਆ ਦੇ ਪਹਿਲੇ 10 ਅਮੀਰਾਂ ਵਿੱਚ ਹੋਵੇ ਮੰਨ ਲਓ, ਤੇ ਬੱਚਾ ਫੁੱਟਪਾਥ ਦੇ ਉੱਤੇ ਬੋਰੀ ਵਿਛਾ ਕੇ ਠੂਠਾ ਲੈ ਕੇ ਬੈਠਾ ਹੋਵੇ, ਔਰ ਲੋਕਾਂ ਨੂੰ ਪਤਾ ਹੋਵੇ ਵੀ ਉਹਦਾ ਲੜਕਾ ਹੈ, ਲੋਕੀ ਮਜ਼ਾਕ ਨਹੀਂ ਉਡਾਣਗੇ। ਬੱਚੇ ਅਕਾਲ ਪੁਰਖ ਦੇ, ਜਿਹਦੇ ਕੋਲ ਸਭ ਕੁਝ ਵਾਧੂ ਹੋਏ, ਔਰ ਅਹਿਸਾਸ ਹੀ ਨਹੀਂ ਵੀ ਪੁੱਤਰ ਕਿਹਦੇ ਆ, ਔਰ ਬਣ ਗਏ ਭਖਾਰੀਆਂ ਦੇ ਭਖਾਰੀ। ਰੇਜੀ ਨਲਜ ਲਾਜ ਤੋਏ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਹੀ। ਉਹ ਫਿਰ ਕਿਸੇ ਦੂਜੇ ਦੇ ਦਰ ਤੇ ਜਾਂਦਾ ਚੰਗਾ ਨਹੀਂ ਲੱਗਦਾ। ਕਵਲਾ ਚਰਨ ਸ਼ਰਨ ਹੈ ਜਾਂ ਕੈ, ਕਵਲਾ ਮਾਇਆ, ਜਿਸ ਮਾਇਆ ਲਈ ਦਰ ਬਦਰ ਭਟਕਣਾ ਹੈ, ਉਹ ਰੱਬ ਦੇ ਚਰਨਾਂ ਵਿੱਚ ਬੈਠੀ ਹੁੰਦੀ ਹੈ। ਕਉ ਜਨ ਕਾ ਨਾਹੀ ਘਰ ਤਾਂ ਕਹਿ, ਸਭ ਕੋ ਕਹਿਤ ਜਾਸ ਕੀ ਬਾਤਾਂ, ਸੋ ਸਮਰੱਥ ਨਿਜਪਤ ਹੈ ਦਾਤਾ। ਸਾਰੇ ਜਿਸ ਅਕਾਲ ਪੁਰਖ ਦੀਆਂ ਗੱਲਾਂ ਕਰਦੇ ਨੇ, ਉਹ ਸਮਰੱਥ ਦਾਤਾ ਹੈ।
ਇਸ ਵਾਸਤੇ ਕਹੋ ਕਬੀਰ ਪੂਰਨ ਜਗ ਸੋਈ ਜਾਂ ਕੇ ਹਿਰਦੈ ਅਵਰ ਨਾ ਹੋਈ। ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਟੇਕ ਨਹੀਂ। ਇੱਕੋ ਹੀ ਗੱਲ ਆਖੇ ਦਰ ਮਾਨ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਫਿਰ ਝੋਲੀ ਅੱਡ ਕੇ ਆਖੇ ਤੁਮ ਧਨ ਧਨੀ, ਤੂੰ ਤੇ ਬੜਾ ਰਾਇਲ ਨੇ, ਰਿਚ ਹੈ, ਔਰ ਤੂੰ ਮੇਰਾ ਬਾਪੂ ਹੈ, ਤੇਰੇ ਕੋਲ ਕਮੀ ਕੋਈ ਨਹੀਂ, ਮੈਂ ਕਿਉਂ ਕਿਸੇ ਹੋਰ ਅੱਗੇ ਝੋਲੀ ਅੱਡਾਂ। ਤੁਮ ਧਨ ਧਨੀ, ਕੁਝ ਲੋਕ ਧਨੀ ਹੁੰਦੇ ਨੇ, ਉਦਾਰ ਨਹੀਂ ਹੁੰਦੇ। ਤੁਸੀਂ ਇਨਸਾਈਕਲੋਪੀਡੀਆ ਕੱਢੋ, ਉਦਾਰ, ਉਦਾਰ ਉਹ ਜਿਹੜਾ ਕੁਝ ਹੱਥੋਂ ਛੱਡ ਸਕੇ। ਕੁਝ ਲੋਕ ਧਨੀ ਹੁੰਦੇ ਨੇ, ਉਦਾਰ ਨਹੀਂ ਹੁੰਦੇ। ਕੁਝ ਲੋਕ ਧਨੀ ਵੀ ਹੁੰਦੇ ਨੇ ਪਲੱਸ ਉਦਾਰ ਵੀ ਹੁੰਦੇ ਨੇ। ਵਾਹਿਗੁਰੂ ਤੂੰ ਤੇ ਧਨੀ ਵੀ ਹੈ ਤੇ ਉਦਾਰਵਾਦੀ ਵੀ ਹੈ। ਤੁਮ ਧਨ ਧਨੀ ਉਦਾਰ ਤਿਆਗੀ, ਸਰਵਨਨ ਕੰਨਾਂ ਨਾਲ ਸੁਨੀਅਤ ਸੁਜਸ ਤੁਮਾਰ। ਹੁਣ ਮੰਗੋ ਕਾਹੇ ਰੰਕ ਸਭ ਦੇਖੋ। ਹੁਣ ਕਿਹਦੇ ਕੋਲੋਂ ਮੰਗਾ? ਜਗਤ ਪੁਖਾਰੀ ਫਿਰਤ ਹੈ, ਮੰਗੋ ਕਾਹੇ ਰੰਕ ਸਭ ਦੇਖੋ। ਤੁਝ ਹੀ ਤੇ ਮੇਰੋ ਨਿਸਤਾਰ, ਜੈ ਦੇਵ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਪਈ ਹੈ ਅਪਾਰ। ਕਹੋ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਦਾਤਾ। ਹੁਣ ਮੈਂ ਕਿਉਂ ਕਿਸੇ ਦੇ ਘਰ ਤੇ ਜਾਵਾਂ? ਨਾ ਰਿਜਕ ਦਸਤ ਆ ਕਸੇ, ਦਸਤ ਹੱਥ ਆ ਹੋਰ। ਰਿਜ਼ਕ ਕਿਸੇ ਹੋਰ ਦੇ ਹੱਥ ਵਿੱਚ ਨਹੀਂ, ਰਿਜ਼ਕ ਸਿਰਫ ਪਰਮਾਤਮਾ ਦੇ ਹੱਥ ਵਿੱਚ। ਇਸ ਲਈ ਹਮਾਰਾ, ਮਾਝ ਕੀ ਵਾਰ ਚ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਹਮਾਰਾ ਏਕ ਆਸ ਵਸੈ, ਤੂੰ ਹੀ ਦੇਣਾ ਹੈ, ਏਕ ਤੂੰ ਹੀ, ਏਕ ਤੂੰ ਹੀ। ਇਹ ਵਾਹਿਗੁਰੂ ਰਿਜ਼ਕ ਤੇਰੇ ਕੋਲ ਹੈ, ਔਰ ਜਿੱਥੇ ਤੇਰੀ ਬਖਸ਼ਿਸ਼ ਹੁੰਦੀ ਹੈ, ਜਿੰਨੀ ਜਿੰਨੀ ਕਿਸੇ ਦੀ ਪਾਤਰਤਾ ਹੈ, ਜਿੰਨੀ ਜਿੰਨੀ ਕਿਸੇ ਦੀ ਯੋਗਤਾ ਹੈ, ਜਿੰਨੀ ਜਿੰਨੀ ਕੋਈ ਝੋਲੀ ਅੱਡਦਾ ਹੈ, ਉਨੀ ਉਨੀ ਤੇਰੇ ਕੋਲੋਂ ਦਾਤ ਪ੍ਰਾਪਤ ਕਰ ਲੈਂਦਾ ਹੈ। ਇਸ ਵਾਸਤੇ ਜੇਤਾ ਦੇ ਤੇਤਾ ਹੋ ਖਾਓ, ਬਿਆਹ ਦਰ ਨਾਹੀ ਕਹਿ ਦਰ ਜਾਓ। ਹੋਰ ਕੋਈ ਦਰ ਨਹੀਂ, ਮੈਂ ਕਿਸ ਦਰ ਤੇ ਜਾਵਾਂ। ਨਾਨਕ ਏਕ ਕਹੈ ਅਰਦਾਸ, ਜੀਉ ਪਿੰਡ ਸਭ ਤੇਰੇ ਪਾਸ। ਹਜ਼ੂਰ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਨ ਦੀ ਜਾਚ ਦੱਸਦੇ ਹੋਏ ਬਖਸ਼ਿਸ਼ ਕਰ ਰਹੇ ਨੇ। हे ਵਾਹਿਗੁਰੂ ਜੀਓ ਪਿੰਡ, ਜੀਓ ਮੈਨੇ ਜਿੰਦ, ਪਿੰਡ ਮੈਨੇ ਪਿੰਡਾ ਸਰੀਰ, ਸਭ ਤੇਰੇ ਪਾਸ ਦੇ ਅਰਥ ਨੇ ਤੇਰੇ ਕੋਲ। ਕੋਲ ਤੋਂ ਸੈਂਸ ਲਵਾਂਗੇ ਤੇਰੇ ਆਸਰੇ ਹੈ। ਮੇਰਾ ਸਰੀਰ, ਮੇਰੀ ਜਿੰਦ, ਇਹ ਸਭ ਤੇਰੇ ਆਸਰੇ ਹੈ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ। ਵਾਹਿਗੁਰੂ ਆਪ ਹੀ ਨੇੜੇ ਹੈ ਔਰ ਆਪ ਹੀ ਦੂਰ ਹੈ। ਭਾਵ ਜਿਹੜੀ ਭੂਗੋਲਕ ਡਿਸਟੈਂਸ ਹੈ, ਜੇ ਅਸੀਂ ਕਹੀਏ ਵੀ ਵਾਹਿਗੁਰੂ ਨੇੜੇ ਹੈ, ਬੜਾ ਨੇੜੇ ਹੈ, ਬੇਸ਼ੱਕ ਨੇੜੇ ਹੈ, ਪਰ ਜੇ ਸਾਡੇ ਤੋਂ ਇੱਥੋਂ ਕੋਈ 10,000 20,000 ਮਾਈਲ ਦੀ ਡਿਸਟੈਂਸ ਹੈ ਤੇ ਅਸੀਂ ਕਹੀਏ ਵੀ ਦੂਰ ਨਹੀਂ, ਤੇ ਐਸਾ ਨਹੀਂ, ਉਹ ਦੂਰ ਵੀ ਹੈਗਾ, ਉਹ ਹਰ ਥਾਂ ਤੇ ਹੈ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਤੇ ਕਹਿ ਦਿੱਤਾ ਕਿ ਨਰਕੰ ਨਿਵਾਸ ਹੈ, ਬਹਿਸ਼ਤੁਲ ਪ੍ਰਵਾਸ ਹੈ। ਜਿਸ ਨਰਕ ਤੋਂ ਲੋਕ ਨਫ਼ਰਤ ਕਰਦੇ ਨੇ, ਉਹ ਕਹਿੰਦੇ ਸਾਨੂੰ ਤੇ ਉਹਦੇ ਵਿੱਚ ਵੀ ਤੂੰ ਹੀ ਨਜ਼ਰ ਆ ਰਿਹਾ। ਹਜ਼ੂਰ ਫਰਮਾਨ ਕਰ ਰਹੇ ਨੇ, हे ਵਾਹਿਗੁਰੂ ਜੀ ਤੁਸੀਂ ਨੇੜੇ ਵੀ ਹੋ, ਤੁਸੀਂ ਦੂਰ ਵੀ ਹੋ, ਔਰ ਮੰਝ ਵਿਚਕਾਰ ਮਿਆਨੋ। ਮਿਆਨੋ ਦੇ ਅਰਥ ਵੀ ਵਿਚਕਾਰ ਹੀ ਨੇ। ਜਿਹੜਾ ਮਿਆਨ ਸ਼ਬਦ ਹੈ, ਤੁਸੀਂ ਸ੍ਰੀ ਸਾਹਿਬ ਪਾਈ ਹੈ, ਵੱਡੀਆਂ ਸ੍ਰੀ ਸਾਹਿਬਾਂ ਨੇ। ਸ੍ਰੀ ਸਾਹਿਬ ਨੂੰ ਜਿਸ ਖੋਲ ਦੇ ਵਿੱਚ ਅਸੀਂ ਪਾਉਂਦੇ ਹਾਂ, ਉਹਨੂੰ ਆਮੂਮਨ ਅਸੀਂ ਮਿਆਨ ਕਹਿੰਦੇ ਹਾਂ। ਤੋ ਮਿਆਨ ਤੋਂ ਅਰਥ ਨੇ ਜਿਹਦੇ ਵਿੱਚ ਕੋਈ ਗਾਇਬ ਹੋਵੇ, ਜਿਹਦੇ ਵਿੱਚ ਸਪੇਸ ਹੈ ਥੋੜਾ। ਤੂੰ ਦੂਰ ਵੀ ਹੈ, ਨੇੜੇ ਵੀ ਹੈ, ਔਰ ਵਿਚਕਾਰ ਵੀ ਹੈ। ਭਾਵ ਸੈਂਸ ਕੀ ਹੈ? ਹਰ ਥਾਂ ਤੇ ਹੈ। ਜਹ ਜਹ ਪੇਖੋਂ ਤਾਂ ਹਜ਼ੂਰ, ਦੂਰ ਕਤਹੂ ਨ ਜਾਈ, ਰਬ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਈਤ ਊਤ ਨਹੀਂ ਵਿਚਰੈ, ਸੋ ਸੰਗੀ ਗਨੀ ਹੈ। ਇਸ ਲਈ ਹਜ਼ੂਰ ਫਿਰ ਪ੍ਰਚੰਡ ਕਰ ਰਹੇ ਨੇ ਵੀ ਉਹ ਅਕਾਲ ਪੁਰਖ ਨੇੜੇ ਤੋਂ ਨੇੜੇ ਹੈ, ਦੂਰ ਤੋਂ ਦੂਰ, ਹਰ ਥਾਂ ਤੇ ਹੈ। ਇਸ ਲਈ ਜਿਨ੍ਹਾਂ ਨੂੰ ਸਮਝ ਆਈ ਉਹ ਕਹਿਣ ਲੱਗੇ ਵੀ ਪ੍ਰਮਾਤਮਾ ਦੀ ਪੂਜਾ, ਪ੍ਰਮਾਤਮਾ ਦਾ ਭੋਗ, ਪ੍ਰਮਾਤਮਾ ਦਾ ਇਸ਼ਨਾਨ, ਪ੍ਰਮਾਤਮਾ ਦਾ ਇਹ ਉਹ ਕਰਾਉਣ ਦੀ ਲੋੜ ਨਹੀਂ, ਕਿਉਂਕਿ ਉਹ ਸਰਬ ਵਿਆਪਕ ਹੈ ਔਰ ਸਭ ਕੁਝ ਆਟੋਮੈਟਿਕ ਹੋ ਰਿਹਾ। ਆਨੀ ਲੈ ਕੁੰਭ ਭਰਾਈ ਲੈ ਉਦਕ,
ਜੇ ਮੈਂ ਘੜਾ ਲਵਾਂ ਪਾਣੀ ਦਾ ਭਰ ਕੇ ਮੂਰਤੀ ਦਾ ਇਸ਼ਨਾਨ ਕਰਾਉਣਾ ਚਾਹਾਂ, ਠਾਕੁਰ ਕੋ ਇਸ਼ਨਾਨ ਕਰੋ, 42 ਲੱਖ ਜੀ, 84 ਲੱਖ ਜੂਨਾਂ ਗਿਣੀਆਂ ਗਈਆਂ ਨੇ, ਇੱਕ ਮਨਾਓ ਤੇ ਵੀ 42 ਲੱਖ ਜੂਨਾਂ ਪਾਣੀ 'ਚ ਹੀ ਰਹਿੰਦੀਆਂ, ਤੇ 42 ਲੱਖ ਜੂਨਾਂ ਵਿੱਚ ਉਹ ਵਿਚਕਾਰ ਕਾਰ ਆਸਨ ਡਿੱਠੋ ਚਾਹੋ ਵਿੱਚ ਬੈਠਾ, ਫਿਰ ਉਹਦਾ ਇਸ਼ਨਾਨ ਤੇ ਆਪਣੇ ਆਪ ਹੀ ਹੋ ਰਿਹਾ। ਇਸ ਲਈ ਮੈਂ ਵੱਖਰੇ ਤੌਰ ਤੇ ਇਹ ਆਡੰਬਰ ਕਿਉਂ ਕਰਾਂ, ਇਹ ਪ੍ਰਪੰਚ ਕਿਉਂ ਕਰਾਂ। ਬੀਠਲ ਬਹਿਲਾ ਕਾਇ ਕਰੋ, ਜਤਰ ਜਾਉ ਤਤ ਬੀਠਲ ਬਹਿਲਾ, ਮਹਾ ਆਨੰਦ ਕਰੇ ਸਦ ਕੇਲਾ, ਆਨੀ ਲੈ दूध ਰਿਧਾਈ ਲੈ ਖੀਰਨ। ਜੇ ਮੈਂ ਤਾਜ਼ਾ ਦੁੱਧ ਲਵਾਂ, ਉਹਦੇ ਚ ਬਾਸਪਤੀ ਦੇ ਚੌਲ ਕੱਤਾਂ, ਖੀਰ ਬਣਾਵਾਂ ਤੇ ਠਾਕਰ ਨੂੰ ਭੋਗ ਲਵਾਉਣਾ ਚਾਹਾਂ, ਨੈਵੇਦ, ਪਹਿਲੇ दूध ਬਟਾਰਿਓ ਬਛਰੇ ਬੀਠਲ ਬਹਿਲਾ ਕਾਇ, ਤੂੰ ਤੇ ਵੱਛੇ ਦੇ ਰੂਪ ਵਿੱਚ ਇਸ ਦੁੱਧ ਦਾ ਆਨੰਦ ਪਹਿਲਾਂ ਹੀ ਮਾਣ ਚੁੱਕਾ, ਮੈਨੂੰ ਇਹ ਡੰਬਰ ਕਰਨ ਦੀ ਕੀ ਲੋੜ ਹੈ, ਤੂੰ ਤੇ ਸਰਬ ਵਿਆਪਕ ਹੈ। ਆਨੀ ਲੈ ਫੂਲ ਪਰੋਈ ਲੈ ਮਾਲਾ, ਇੱਕ ਖੰਦੂਈ ਲਈ ਉਹਦੇ ਧਾਗਾ ਪਾਇਆ, ਫੁੱਲ ਤੋੜੇ, ਹਾਰ ਪਰੋਏ, ਵੀ ਮੈਂ ਮੂਰਤੀ ਦੇ ਗਲ ਚ ਪਾਵਾਂਗਾ, ਪੂਜਾ ਕਰਾਂਗਾ ਫੁੱਲਾਂ ਦੇ ਮਾਧਿਅਮ ਨਾਲ। ਤੇ ਹਜ਼ੂਰ ਕਹਿੰਦੇ ਨੇ ਪਹਿਲੇ ਬਾਸ ਲਈ ਹੈ ਭਵਰੇ ਬੀਠਲ ਬਹਿਲਾ ਕਾਇ ਕਰੋ, ਈਭੈ ਬੀਠਲ ਊਭੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪਰਨਵੈ, ਪੂਰ ਰਹਿਓ ਤੂੰ ਸਰਬ ਮਹੀ। ਹਰ ਥਾਂ ਤੇ ਥਾਨ ਥਨੰਤਰ, ਥਾਨ ਅੰਤਰ, ਅੰਤਰ ਅੰਤਰ ਨਾਲ, ਥਾਂ ਥਾਂ ਤੇ ਤੂੰ ਹਰ ਪ੍ਰਕਾਰ ਰਵਿਆ ਹੋਇਆ। ਹੁਣ ਇਸ ਗੱਲ ਨੂੰ ਪ੍ਰਚੰਡ ਕਰਨਾ, ਗੁਰਬਾਣੀ ਦੀਆਂ ਉਦਾਹਰਨਾਂ ਹੋਰ ਦੇਣੀਆਂ, ਸਮਝਣੀਆਂ, ਸਮਝਾਣੀਆਂ ਤਾਂ ਹੀ ਸਾਰਥਕ ਨੇ। ਵੀ ਜੇ ਅਸੀਂ ਵਾਹਿਗੁਰੂ ਨੂੰ ਹਰ ਵਕਤ ਆਖੀਏ ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸਿਉੰਭਵ ਸੁਭੰਗ ਸਰਬ ਦਾ ਸਰਬ ਜੁਗਤੇ, ਦੋ ਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਇਹ ਗੱਲ ਪ੍ਰਚੰਡ ਹੋ ਜਾਏ ਵੀ ਵਾਹਿਗੁਰੂ ਮੇਰੇ ਨਾਲ ਹੈ ਔਰ ਮੈਂ ਵਾਹਿਗੁਰੂ ਦੇ ਨਾਲ। ਇਸੇ ਗੱਲ ਨੂੰ ਹਜ਼ੂਰ ਪ੍ਰਚੰਡ ਕਰਨਾ ਚਾਹੁੰਦੇ ਹਨ। ਆਪੇ ਵੇਖੈ ਸੁਣੇ ਆਪੇ ਹੀ, ਆਪ ਹੀ ਉਹ ਸਾਨੂੰ ਵੇਖ ਰਿਹਾ। ਵੇਖਣ ਤੋਂ ਸੈਂਸ ਕੀ ਹੈ, ਸੰਭਾਲ ਕਰ ਰਿਹਾ। ਜਿਸ ਤਰ੍ਹਾਂ ਅਸੀਂ ਘਰੋਂ ਕਿਤੇ ਜਾਣਾ ਹੋਵੇ, ਬੱਚੇ ਘਰ ਹੋਣ, ਅਸੀਂ ਕਾਹਲੀ ਵਿੱਚ ਜਾਂਦੇ ਜਾਂਦੇ ਪੜੋਸੀ ਨੂੰ ਜਾਂ ਗਰਾਊਂਡ ਫਲੋਰ ਵਾਲੇ ਨੂੰ ਜਾਂ ਉਤਲੇ ਨੂੰ ਕਹਿ ਜੀ ਵੀ ਅਸੀਂ ਜ਼ਰੂਰੀ ਕੰਮ ਚੱਲੇ ਆ ਤੇ ਤੁਸੀਂ ਜਰਾ ਬੱਚਿਆਂ ਨੂੰ ਦੇਖ ਲੈਣਾ। ਤਾਂ ਇਹਦਾ ਮਤਲਬ ਇਹ ਨਹੀਂ ਵੀ ਡੋਰ ਖੋਲ ਕੇ ਬੱਚਿਆਂ ਨੂੰ ਦੇਖ ਕੇ ਤੇ ਆਪਣੇ ਬੈਡਰੂਮ 'ਚ ਵਾਪਸ ਆ ਜਾਣਗੇ। ਸੈਂਸ ਕੀ ਹੈ, ਬੱਚਿਆਂ ਨੂੰ ਦੇਖ ਲੈਣ ਤੋਂ ਮੁਰਾਦ ਹੈ ਵੀ ਬੱਚਿਆਂ ਦੀ ਸੰਭਾਲ ਕਰ ਲੈਣੀ, ਕੇਅਰ ਕਰ ਲੈਣਾ। ਆਪੇ ਵੇਖੈ ਸੁਣੈ ਆਪੇ ਹੀ, ਔਰ ਉਹਨਾਂ ਦੀਆਂ ਅਰਦਾਸਾਂ ਵੀ ਤੂੰ ਆਪ ਹੀ ਸੁਣਦਾ ਹੈ। ਕੁਦਰਤ ਕਰੇ ਜਹਾਨੋ, ਕੁਦਰਤ ਦੇ ਅਖਰੀ ਅਰਥ ਨੇ ਸੱਤਾ, ਸ਼ਕਤੀ। ਆਪਣੀ ਸ਼ਕਤੀ ਨਾਲ ਤੂੰ ਇਸ ਜਹਾਨ ਨੂੰ, ਇਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪਰਵਾਨੋ। ਹਜ਼ੂਰ ਗੁਰੂ ਨਾਨਕ ਸਾਹਿਬ ਫੁਰਮਾਨ ਕਰ ਰਹੇ ਨੇ, ਜੋ ਤਿਸ ਭਾਵੈ ਨਾਨਕਾ, हे ਭਾਈ ਜੋ ਉਸ ਅਕਾਲ ਪੁਰਖ ਵੈਗੁਰੂ ਨੂੰ ਪਾਉਂਦਾ ਏ, ਹੁਕਮ ਸੋਈ ਪਰਵਾਨੋ, ਉਹਦਾ ਉਹ ਹੁਕਮ ਪ੍ਰਵਾਨ, ਭਾਵ ਉਹਦੇ ਹੁਕਮ ਵਿੱਚ ਹੀ ਸਭ ਕੁਝ ਹੁੰਦਾ ਹੈ। ਆਰੰਭ ਵਿੱਚ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਬਈ ਇਹ ਜਿਹੜੇ 4 ਕਰਮ ਕਾਂਡ ਨੇ, ਸੁਚਮਤਾ ਰੱਖਣੀ, ਸਿਆਣਪਾਂ ਵਰਤਣੀਆਂ, ਪਦਾਰਥ ਖਾ ਖਾ ਕੇ ਮਨ ਨੂੰ ਰਜਾਉਣ ਦੀ ਕੋਸ਼ਿਸ਼ ਕਰਨੀ ਇਤਿਆਦ, ਇਹਨਾਂ ਵਿੱਚੋਂ ਕੋਈ ਸਾਰਥਕ ਨਹੀਂ। ਫਿਰ ਪੁੱਛਿਆ ਮਹਾਰਾਜ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਤੇ ਹਜ਼ੂਰ ਨੇ ਬਖਸ਼ਿਸ਼ ਕੀਤੀ ਸੀ ਤੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਭਾਈ ਜਿਹੜਾ ਉਸ ਰਜਾ ਦੇ ਮਾਲਕ, ਜਿਹੜਾ ਰਜਾ ਦੇ ਵਿੱਚ ਆਪਣੀ ਦੇ ਵਿੱਚ ਰਾਜੀ ਰੱਖਦਾ ਹੈ, ਉਹਦੀ ਰਜਾ ਵਿੱਚ ਰਾਜੀ ਰਹਿਣ ਨਾਲ ਉਹਦੇ ਹੁਕਮ ਦੀ, ਉਹਦੇ ਫਲਸਫੇ ਦੀ ਸਮਝ ਵਿੱਚ ਗੱਲ ਆਉਂਦੀ ਏ। ਔਰ ਜਿਹੜਾ ਵਿਅਕਤੀ ਰਜਾ ਵਿੱਚ ਰਾਜੀ ਰਹਿਣ ਦਾ ਵੱਲ ਸਿੱਖ ਲੈ, ਜਿਹੜਾ ਭਾਣਾ ਮੰਨਣ ਦਾ ਵੱਲ ਸਿੱਖ ਲੈ, ਹੁਕਮ ਮੰਨਣ ਦੀ ਜਾਤ ਸਿੱਖ ਲੈ। ਆਓ ਸਮਾਪਤੀ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਖਸਮੈ ਸੋਈ ਭਾਵਦਾ। ਭਾਈ ਸਾਹਿਬ ਕੌਣ ਭਾਵਦਾ? ਤੇ ਆਪ ਜੀ ਕਹਿੰਦੇ, ਖਸਮੈ ਦਾ ਜਿਸ ਭਾਣਾ ਭਾਵੈ, 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 ਖਸਮੈ ਦਾ ਜਿਸ ਭਾਣਾ ਭਾਵੈ,
ਖਸਮੈ ਦਾ ਜਿਸ ਪਾਣਾ ਭਾਵੈ ਖਸਮੈ ਸੋਈ ਭਾਵਦਾ ਖਸਮੈ ਸੋਈ ਭਾਵਦਾ ਖਸਮੈ ਸੋਈ ਪਾਵਦਾ ਖਸਮੈ ਸੋਈ ਪਾਵਦਾ ਖਸਮੈ ਦਾ ਜਿਸ ਪਾਣਾ ਭਾਵੈ 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 ਖਸਮ ਨੂੰ ਉਹ ਚੰਗਾ ਲੱਗਦਾ ਜਿਸ ਨੂੰ ਖਸਮ ਦਾ ਭਾਣਾ ਚੰਗਾ ਲੱਗੇ। ਆ ਸਾਰੇ ਅਗਲੇ ਦਿਨ ਸ਼ਹਾਦਤਾਂ ਦੇ ਨੇ। ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹੀ ਖਿਲਾਰਨੀ, ਮਾਤਾ ਦੀ ਸ਼ਹਾਦਤ, ਬੱਚਿਆਂ ਦੀ ਸ਼ਹਾਦਤ, ਪਿਆਰਿਆਂ ਦੀ ਸ਼ਹਾਦਤ, ਲਖਤੇ ਜਿਗਰ ਸਿੰਘਾਂ ਦੀਆਂ ਸ਼ਹਾਦਤਾਂ। ਔਰ ਜਦੋਂ ਚਮਕੌਰ ਦੀ ਗੜੀ ਵਿੱਚ ਆਪਣੇ ਵੱਡੇ ਲਾਲਾਂ ਨੂੰ ਸ਼ਹੀਦ ਕਰਨ ਲੱਗਦੇ ਨੇ ਤੇ ਕਹਿੰਦੇ ਨੇ ਕੱਲ 4 ਥੇ अब 2 हैं, सहर ये भी ना होंगे, हम शुक्र करेंगे जो ये भी ना होंगे। वागरू कल 4 सन मेरे कोल, अज 2 ने और मैनू पक्का पता भी कल ये 2 भी मेरे कोल, मैं फिर भी तेरा शुक्र करांगा। तो जिन्हां दे असीं सिख हां उन्हां ने सानू इस तरह दीयां परिस्थितियां विच भी शुक्र करना सिखाया। गुरु किरपा करे असीं केवल गल्लां करन ते गल्लां सुन तक सीमित ना रह जाइए। महाराज किरपा करन रहिंदे सवास गुरमत जुगती अनुसार जिउण दी महाराज समर्था बख्शिश कर देन तां ते साडे भी ये लोक सुखीए परलोक सुहेले नानक हर प्रभ आपे मेले मावाका अनुसार जीवन सफल हो जाए। होइयां भुलां गलतियां दी मुआफ़ी बख्शिश करनी। कल रात्रि दे दीवाना विच भी दास आप जी दे चरनां विच गुरमत विचारां दी सेवा दे नाल हाज़र होवेगा। आओ गुरु सवारियां कोलों अगला प्रोग्राम सरवण करिए। गुरु फतेह दी सांझ नाल आग्या दिओ जी। वाहिगुरु जी का खालसा वाहिगुरु जी की फतेह। करिए गुर विचार नानक बेड़ी सच की करिए गुर विचार करिए गुर विचार नानक बेड़ी सच की करिए